स्वागत। मैं हरजिंदर सिंह, तुम देख रहे हो पंजाब टेलीविजन और मेरे नाल ने राजीव भास्कर, सीनियर जर्नलिस्ट। भास्कर साहब जी आया। बहुत बहुत शुक्रिया रंधावा जी। भास्कर साहब, ਅੱਜ सीएम हाउस ਵਿੱਚ ਕਾਫੀ ਗਹਿਮਾ ਗਹਿਮੀ ਰਹੀ। ਬਹੁਤ ਸਾਰੇ ਚਰਚਿਤ ਮੁੱਦਿਆਂ ਤੇ ਗਹਿ ਗਚ ਮੰਥਨ ਹੋਇਆ। ਹੋ ਸਕਦਾ ਇੱਕ ਅੱਧ ਮੁੱਦੇ ਤੇ ਸ਼ਾਮ ਪੈਂਦੇ ਪੈਂਦੇ ਕੋਈ ਸੱਪ ਨਿਕਲ ਆਵੇ ਤੇ ਸੀਐਮ ਹਾਊਸ ਦੇ ਵਿੱਚ ਹੀ ਇੱਕ ਸਲਾਹ ਚੱਲਦੀ ਘੁੰਮਦੀ ਫਿਰਦੀ ਰਹੀ ਕਿ ਇੱਕ ਅੱਧਾ ਛਾਂਗ ਦਿਓ, ਇਦਾਂ ਗੱਲ ਨਹੀਂ ਬਣਨੀ। ਦੂਜੇ ਬੰਨੇ ਕੱਲ ਜਿਹੜੇ 32 ਐਮਐਲਏ ਮਿਲੇ ਸੀ 5 ਵਜ਼ੀਰਾਂ ਦੀ ਅਗਵਾਈ ਦੇ ਵਿੱਚ, ਉੱਥੋਂ ਵੀ ਕੁਝ ਨਿੱਤਰ ਕੇ ਗੱਲਾਂ ਆਈਆਂ। ਅਖੇ ਰਾਜਾ ਵੜਿੰਗ ਨੇ ਕਿਹਾ ਸੀ ਕਿ ਏਜੰਡਾ ਕੋਈ ਹੋਰ ਸੀ, ਮੁੱਖ ਮੰਤਰੀ ਲਾਉਣ ਦੀ ਗੱਲ ਤਾਂ ਹੈ ਹੀ ਨਹੀਂ ਸੀ। ਮੁੱਦਿਆਂ ਤੇ ਗੱਲ ਕਰੀਏ, ਇਹਨਾਂ ਰਾਹਾਂ ਤੇ ਚੱਲਣ ਦੀ ਕੀ ਲੋੜ ਆ। ਉਸੇ ਹੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਭੜਾਸ ਨਿਕਲੀ। ਇਹ ਵੀ ਨਿੱਤਰ ਕੇ ਗੱਲ ਬਾਹਰ ਆਈ ਆ। ਨਵਜੋਤ ਸਿੰਘ ਸਿੱਧੂ ਅੱਜ ਕੱਲ ਠੰਡੇ ਪੈ ਗਏ, ਇਸ ਤਰ੍ਹਾਂ ਦੀਆਂ ਗੱਲਾਂ ਵੀ ਅੰਦਰ ਹੁੰਦੀਆਂ ਰਹੀਆਂ। ਜੇ ਅੱਜ ਅਸੀਂ ਹਰੀਸ਼ ਰਾਵਤ ਨੂੰ ਮਿਲਣਗੇ, ਚਰਨਜੀਤ ਸਿੰਘ ਚੰਨੀ ਔਰ ਬਾਕੀ ਵਜ਼ੀਰ ਜਿਹੜੇ, ਉਹਨਾਂ ਦੀ ਬਾਡੀ ਲੈਂਗੁਏਜ ਨੂੰ ਦੇਖੀਏ ਤਾਂ ਉਹਨਾਂ ਤਸੱਲੀ ਤਾਂ ਜ਼ਾਹਰ ਕੀਤੀ ਆ, ਨਾਲ ਹੀ ਕਿਹਾ ਜੀ ਅਸੀਂ ਹੁਣ ਵਾਪਸ ਜਾ ਰਹੇ ਹਾਂ, ਸਾਨੂੰ ਭਰੋਸਾ ਮਿਲਿਆ ਤੇ ਜੇ ਸਾਨੂੰ ਹਾਈ ਕਮਾਂਡ ਸੱਦੇਗੀ ਜਿਹਦੇ ਨਾਲ ਹਰੀਸ਼ ਰਾਵਤ ਨੇ ਗੱਲ ਕਰਨ ਦੀ ਹਾਮੀ ਭਰੀ, ਅਸੀਂ ਫਿਰ ਕੇ ਆਵਾਂਗੇ। ਲੇਕਿਨ ਮੁੱਦੇ ਸਾਡੇ ਉਹੀ ਨੇ, ਖੜੇ ਅਸੀਂ ਉਸੇ ਤੇ ਹੀ। ਲੇਕਿਨ ਦੂਜੇ ਬੰਨੇ ਜੇਕਰ ਸਾਰੇ ਦ੍ਰਿਸ਼ ਦੇ ਵਿੱਚ ਹਰੀਸ਼ ਰਾਵਤ ਦੀ ਅੱਜ ਦੀ ਬਿਆਨਬਾਜ਼ੀ ਨੂੰ ਦੇਖਿਆ ਜਾਵੇ, ਸਾਰਾ ਮੀਡੀਆ ਘੁੰਮੀ ਜਾਂਦਾ ਹੈ ਕਿ ਅਗਲੇ ਚਿਹਰੇ ਮੁੱਖ ਮੰਤਰੀ ਦੇ ਜਾਂ ਲੀਡਰ ਬਾਈ ਇਲੈਕਸ਼ਨ ਲਈ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਹਦੇ ਤੇ ਵੀ ਟਿੱਪਣੀ ਬੜੀ ਵਾਜਬ ਆ ਕਿ ਕੀ ਹਰੀਸ਼ ਰਾਵਤ ਢੁਕਵੇਂ ਬੰਦੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਰ ਸਕਣ। ਕਾਂਗਰਸ ਕਲਚਰ 'ਚ ਕਿਸੇ ਜਨਰਲ ਸਕੱਤਰ ਨੂੰ ਇਹ ਇਸ ਤਰ੍ਹਾਂ ਦੀ ਅਥਾਰਟੀ ਦਿੱਤੀ ਗਈ ਆ ਹੁਣ ਤੱਕ। ਉਧਰ ਮਨਜਿੰਦਰ ਸਿੰਘ ਸਿਰਸਾ ਬਾਰੇ ਆਪਾਂ ਜ਼ਿਕਰ ਕੀਤਾ ਸੀਗਾ ਕਿ ਅਕਾਲੀ ਦਲ ਦਿੱਲੀ ਕਮੇਟੀ ਦੀਆਂ ਚੋਣਾਂ ਜਿੱਤ ਸਕਦਾ। ਮਨਜਿੰਦਰ ਸਿੰਘ ਸਿਰਸਾ ਦੀ ਸੀਟ ਫਸੀ ਹੋਈ ਆ। ਮਨਜੀਤ ਸਿੰਘ ਜੀ ਕੇ 600 ਵੋਟਾਂ ਨਾਲ ਜਿੱਤ ਸਕਦੇ ਆ। ਸਾਡੇ ਉਹ ਸਾਰੇ ਦੇ ਸਾਰੇ ਅੰਕੜੇ ਦਰੁਸਤ ਸਾਬਤ ਹੋਏ ਆ। ਇੰਜ ਦੇ ਹੀ ਨਤੀਜੇ ਆਏ, ਅਕਾਲੀ ਦਲ ਦੀ ਜਿੱਤ ਯਕੀਨੀ ਹੋ ਗਈ ਆ। ਮੈਂ ਵਾਪਸ ਆਊਂਗਾ ਜੀ। ਅੰਦਰ ਦੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜੋ ਤੁਸੀਂ ਮਹਿਸੂਸਿਆ, ਦੋ ਪੱਧਰ ਤੇ ਗੱਲ ਹੋਈ ਆ। ਜੋ ਕੱਲ ਅੰਦਰ ਵਾਪਰਿਆ ਉਹਦੇ 'ਚ 6 ਲੋਕ ਤਾਂ ਮਨਾ ਕਰ ਗਏ ਸੀ, ਲੇਕਿਨ ਹੋਰ ਵੀ ਕਨਸੂਆਂ ਆ ਰਹੀਆਂ ਕਿ ਕਾਫੀ ਲੋਕਾਂ ਨੇ ਕਿਹਾ ਸੀ ਕਿ ਇਹ ਰਸਤਾ ਠੀਕ ਨਹੀਂ, ਜਿਹਦੇ ਤੋਂ ਅੱਜ ਉਹ 4 ਮੰਤਰੀ ਮੁੜੇ ਨੇ। रंधावा जी, एक गाना हैगा है तो हिंदी का गाना, आई थी वो थम से गई छम छम छम। जिस तरीके नाल कल विद्रोह का झंडा 4 मंत्रियों ने चक्या सीगा, वो 32 एमएलए की मीटिंग तो बाद गेट ते आके जिस तरीके नाल उन्होंने कहा कि भी सानू है मुख्य मंत्री नहीं चाहिए, ਉਹਦੇ ਵਿੱਚ ਅਸੀਂ ਵੀ ਅੰਦਰ ਦੀ ਗੱਲਾਂ ਪੜ੍ਹਨ ਦੀ ਕੋਸ਼ਿਸ਼ ਕੀਤੀ। ਪੜ੍ਹ ਕੇ ਡਾਟਸ ਤੋਂ ਡਾਟਸ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਲੱਗਦਾ ਸੀਗਾ ਕਿ ਵੀ ਹਾਈ ਕਮਾਨ ਵੱਲੋਂ ਕੋਈ ਨਾ ਕੋਈ ਇਸ਼ਾਰਾ ਹੋਇਆ ਹੈ, ਵਰਨਾ ਕੋਈ ਇਮੀਡੀਏਟ ਪ੍ਰੋਵੋਕੇਸ਼ਨ ਇੱਦਾਂ ਦੀ ਕੱਲ ਨਹੀਂ ਲੱਗਦੀ ਸੀ ਜਿਹਦੇ ਕਰਕੇ ਇਸ ਵਿਦਰੋਹ ਦੇ ਝੰਡੇ ਨੂੰ ਉੱਤੇ ਲੈ ਕੇ ਜਾਇਆ। 26 ਤਰੀਕ ਦੀ ਕੈਬਨਿਟ ਦੀ ਮੀਟਿੰਗ ਹੈ। ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਜ਼ਰੂਰ ਕਿਹਾ ਜਾਂਦਾ ਸੀਗਾ ਕਿ ਕੁਝ ਮੰਤਰੀਆਂ ਦੀ ਸ਼ਾਇਦ ਇਹ ਕੈਬਨਿਟ ਦੀ ਮੀਟਿੰਗ ਲਾਸਟ ਕੈਬਨਿਟ ਦੀ ਮੀਟਿੰਗ ਹੋਏਗੀ। ਉਸ ਗੱਲ ਨੂੰ ਲੈ ਕੇ ਹੀ ਇਹ ਜਿਹੜਾ ਵਿਦਰੋਹ ਕੱਲ ਸ਼ੁਰੂ ਹੋਇਆ ਸੀ। 32 ਐਮਐਲਏ ਦਾ ਜ਼ਿਕਰ ਹੋਇਆ, ਬਾਅਦ ਚੋਂ ਉਹ ਫਿਗਰ 20 ਤੋਂ 22 ਦੀ ਆਈ। ਉਹਦੇ ਵਿੱਚੋਂ ਵੀ 7 ਐਮਐਲਏ ਨੇ ਇਹ ਗੱਲ ਕਹਿ ਦਿੱਤੀ ਰਾਤ ਤੱਕ ਕਿ ਵੀ ਸਾਡਾ ਕੋਈ ਵੀ ਇੱਦਾਂ ਦਾ ਇਰਾਦਾ ਨਹੀਂ ਸੀ, ਅਸੀਂ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਨਹੀਂ ਕੀਤੀ ਉੱਥੇ। ਉਸ ਤੋਂ ਬਾਅਦ ਜਿਹੜਾ 4 ਮੰਤਰੀਆਂ ਨੇ ਗੇਟ ਤੇ ਆ ਕੇ ਜੋ ਕੁਝ ਕਿਹਾ ਹੈ ਉਹਦੇ ਉੱਤੇ ਯੂਨੈਨਿਮਸ ਜਾਂ ਉਹਦੇ ਉੱਤੇ ਸਹਿਮਤੀ ਉਸ ਮੀਟਿੰਗ ਦੇ ਵਿੱਚ ਨਹੀਂ ਬਣੀ ਸੀ। ਅਸੀਂ ਗੱਲ ਚਾਹੁੰਦੇ ਸੀ ਕਿ ਮੁੱਦਿਆਂ ਦੀ ਕਰੀਏ, ਪਰ ਗੱਡੀ ਦੇਹਰਾਦੂਨ ਵੱਲ ਤੁਰ ਪਈ। ਸਵੇਰੇ 11 ਵਜੇ ਮੀਟਿੰਗ ਸ਼ੁਰੂ ਹੋਈ, ਪਰ ਉਸ ਮੀਟਿੰਗ ਤੋਂ ਪਹਿਲੇ ਹੀ हरीश रावत ਉਹਨਾਂ ਦਾ ਇੱਕ ਬਿਆਨ कि कैप्टन अमरिंदर सिंह बड़े दिल के नेता हैं और 2022 के इलेक्शन भी उनके नेतृत्व में लड़े जाएंगे। सिद्धू होना को हमने कांग्रेस, पंजाब कांग्रेस की कमान सौंपी है, पर पूरी कांग्रेस उन्हें नहीं दे दी। इस तरह के बयान देने तो बाद जो अंदर जाते हैं, तुसीं ये देखो कि ਜਿਹੜੇ ਬੰਦੇ कैप्टन अमरिंदर सिंह ਉਹਨਾਂ ਦੀ ਸ਼ਿਕਾਇਤਾਂ ਲੈ ਕੇ ਉਹ ਪਹਾੜਾਂ ਤੇ ਦੇਹਰਾਦੂਨ ਪਹੁੰਚੇ ਨੇ, ਉਹਨਾਂ ਦੇ ਕਮਰੇ ਦੇ ਜਾਣ ਤੋਂ ਪਹਿਲੇ ਹਰੀਸ਼ ਰਾਵਤ ਉਹਨਾਂ ਇਹ ਬਿਆਨ ਦਿੰਦੇ ਨੇ। ਉਹ ਜ਼ਿਆਦਾ ਬਿਆਨ ਦਿੰਦੇ ਉਹਨਾਂ ਤੱਕ ਵੀ ਇਹ ਬਿਆਨ ਪਹੁੰਚਿਆ ਹੋਏਗਾ। ਜਿਸ ਜ਼ੋਰ ਸ਼ੋਰ ਨਾਲ ਉਸ ਕਮਰੇ ਦੇ ਵਿੱਚ ਉਹ ਮੀਟਿੰਗ ਕਰਨਾ ਚਾਹੁੰਦੇ ਹੋਣਗੇ, ਅੱਧਾ ਜੋਸ਼ ਤੇ ਉਹਨਾਂ ਦਾ ਪਹਿਲੇ ਠੰਡਾ ਹੋ ਗਿਆ ਹੋਏਗਾ ਹਰੀਸ਼ ਰਾਵਤ ਦੇ ਇਹ ਬਿਆਨ ਸੁਣਨ ਤੋਂ ਬਾਅਦ। ਮੀਟਿੰਗ ਚੱਲੀ 1 ਘੰਟਾ 2 ਘੰਟਾ 3 ਘੰਟਾ, ਜਦ ਤੱਕ ਇਹ ਮੀਟਿੰਗ ਚੱਲ ਰਹੀ ਸੀਗੀ ਉਸ ਦੌਰਾਨ ਹੀ ਪੰਜਾਬ ਦੇ ਵਿੱਚ ਸਿਆਸਤ ਪੂਰੀ ਗਰਮਾਈ ਹੋਈ ਸੀ। ਰਾਣੀ ਪ੍ਰਨੀਤ ਕੌਰ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਸਾਰਾ ਇਲਜ਼ਾਮ ਜਿਹੜੇ ਕੱਲ ਦੇ ਵਿਦਰੋਹ ਦਾ ਹੈ ਉਹ ਨਵਜੋਤ ਸਿੱਧੂ ਉੱਤੇ ਲਾਇਆ। ਭਗਤ ਸਿੰਘ
ਉਹਨਾਂ ਨੇ ਵੀ ਇੱਕ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਅਸੀਂ ਸੀਐਮ ਨੂੰ ਐ ਨਹੀਂ ਕਿ ਸੀਐਮ ਨੂੰ ਲਾਣਾ ਚਾਹੁੰਦੇ ਹਾਂ, ਅਸੀਂ ਤੇ ਗੱਲ ਕਰਦੇ ਹਾਂ ਮੁੱਦਿਆਂ ਦੀ। ਔਰ ਜੇ ਕਈ ਐਮਐਲਏ ਜਿਹੜੇ ਕੱਲ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਸੀ ਔਰ ਬਾਹਰ ਆ ਕੇ ਇਹ ਕਹਿ ਰਹੇ ਹੈ ਕਿ ਅਸੀਂ ਸੀਐਮ ਨੂੰ ਨਹੀਂ ਬਦਲਾਣਾ ਚਾਹੁੰਦੇ, ਉਹ ਕਹਿੰਦੇ ਵੀ ਸੀਐਲਪੀ ਦੀ ਮੀਟਿੰਗ ਬੁਲਾ ਲਏ AICC, ਹਰ ਇੱਕ ਐਮਐਲਏ ਤੋਂ ਵਿਚਾਰ ਪੁੱਛਿਆ ਜਾਏ ਕਿ ਇਹਨਾਂ ਮੁੱਦਿਆਂ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ। ਕਿ ਉਹ ਨਹੀਂ ਚਾਹੁੰਦੇ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰ ਦਿੱਤਾ ਜਾਏ, ਕਿ ਉਹ ਨਹੀਂ ਚਾਹੁੰਦੇ ਡਰੱਗ ਦੇ ਜਿਹੜੇ ਕੇਸ ਚੱਲਦੇ ਪਏ ਨੇ ਉਹਦੇ ਵਿੱਚ ਵੱਡੀ ਮੱਛੀਆਂ ਫੜੀ ਜਾਣ, ਕਿ ਉਹ ਨਹੀਂ ਚਾਹੁੰਦੇ ਬੇਅਦਬੀ ਦੇ ਦੋਸ਼ੀ ਫੜੇ ਜਾਣ, ਮਾਈਨਿੰਗ ਦੇ ਮੁੱਦੇ ਤੇ ਕਾਰਵਾਈ ਹੋਏ। ਇਹਨਾਂ ਮੁੱਦਿਆਂ ਦੇ ਉੱਤੇ ਅਗਰ ਐਮਐਲਏ ਸਾਰੇ ਇਹ ਗੱਲ ਕਹਿੰਦੇ ਨੇ ਕਿ ਉਹ ਇਹ ਨਹੀਂ ਚਾਹੁੰਦੇ, ਉਹਨਾਂ ਨੂੰ ਰਿਕਾਰਡ ਕਰਕੇ ਉਹਨਾਂ ਨੂੰ ਪਬਲਿਕ ਜਨਤਕ ਵੀ ਕੀਤਾ ਜਾਏ ਕਿ ਇਹ ਐਮਐਲਏ ਚਾਹੁੰਦੇ ਨੇ ਕਿ ਬਿਜਲੀ ਦੇ PPA ਐਗਰੀਮੈਂਟ ਰੱਦ ਨਾ ਹੋਣ, ਬੇਅਦਬੀਆਂ ਦੇ ਮੁੱਦੇ ਤੇ ਕੋਈ ਐਕਸ਼ਨ ਨਾ ਹੋਣ, ਕੋਈ ਲੌਜੀਕਲ ਕਨਕਲੂਜਨ ਤੇ ਨਾ, ਯਾਨੀ ਉਹ ਇੱਕ ਬੜੀ ਇੱਕ ਸਮਝਦਾਰੀ ਵਾਲੀ ਗੱਲ ਪ੍ਰਗਟ ਸਿੰਘ ਉਹਨਾਂ ਨੇ ਕੀਤੀ ਸੀਗੀ ਅੱਜ। ਅੱਛਾ ਪ੍ਰਗਟ, ਮੈਂ ਭਾਸਕਰ ਸਾਹਿਬ ਪ੍ਰਗਟ ਸਿੰਘ ਦੀ ਇਸੇ ਗੱਲ ਤੋਂ ਹੀ ਇੱਕ ਸਵਾਲ ਉਠਾਉਣਾ ਚਾਹੁੰਦਾ ਹੈ ਕਿ ਕੱਲ ਜਦੋਂ ਪ੍ਰੈਸ ਨੂੰ ਮਿਲ ਰਹੇ ਸੀ ਸੁਖਜਿੰਦਰ ਰੰਧਾਵਾ, ਚੰਨੀ, ਤ੍ਰਿਪਤ ਬਾਜਵਾ ਤੇ ਨਾਲ ਉੱਥੇ ਪ੍ਰਗਟ ਸਿੰਘ ਵੀ ਖੜੇ ਸੀ ਪਿੱਛੇ, ਉਸੇ ਵੇਲੇ ਹੀ ਜਦੋਂ ਚੰਨੀ ਇਹ ਕਹਿ ਰਹੇ ਸੀ ਕਿ ਸਾਨੂੰ ਇਸ ਮੁੱਖ ਮੰਤਰੀ ਤੋਂ ਹੁਣ ਕੋਈ ਆਸ ਨਹੀਂ ਕਿ ਉਹ ਇਹ ਮਸਲੇ ਹੱਲ ਕਰਨਗੇ, ਇਸੇ ਤਰੀਕੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸਾਫ਼ ਕਹਿੰਦੇ ਆ ਕਿ ਇੱਥੇ ਕੱਖ ਨਹੀਂ ਹੋਣਾ, ਇਹ ਰਲੇ ਹੋਏ ਆ, ਇਹ ਤਾਂ 4 ਸਾਲ ਸੁੱਤੇ ਰਹੇ। ਇਹ ਸਾਰੀਆਂ ਗੱਲਾਂ ਜਦੋਂ ਹੋ ਰਹੀਆਂ ਸੀ ਉਹਦਾ ਸਿੱਧਾ ਮਤਲਬ ਇਹੀ ਸੀਗਾ ਕਿ ਸਾਨੂੰ ਇਸ ਮੁੱਖ ਮੰਤਰੀ ਦੇ ਵਿੱਚ ਯਕੀਨ ਨਹੀਂ, ਬੇਭਰੋਸਗੀ ਆ, ਅਸੀਂ ਇਹਨੂੰ ਲਾਉਣਾ ਚਾਹੁੰਦੇ ਹਾਂ। ਸਾਫ਼ ਲਫ਼ਜ਼ਾਂ ਦੇ ਵਿੱਚ ਉਹ ਹਾਈ ਕਮਾਂਡ ਨੂੰ ਆਪਣੀ ਇਹੀ ਗੱਲ ਕਹਿ ਰਹੇ ਸੀ ਕਿ ਇਸ ਮੁੱਖ ਮੰਤਰੀ ਦੇ ਵੱਸ ਦੇ ਇਹ ਮੁੱਦੇ ਨਹੀਂ ਰਹੇ। ਸੋ ਪ੍ਰਗਟ ਸਿੰਘ ਦਾ ਕੱਲ ਉਸ ਮੌਕੇ ਤੇ ਸਹਿਮਤੀ ਦੇਣਾ ਤੇ ਅੱਜ ਇੱਕ ਵੱਖਰੀ ਟੋਨ ਜਾਂ ਸੁਰ ਦੇ ਵਿੱਚ ਬੋਲਣਾ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਤ ਪੈਂਦੇ ਤੱਕ ਕੋਈ ਸੁਨੇਹਾ ਲੱਗਾ ਹਾਈ ਕਮਾਂਡ ਦਾ, ਜਾਂ ਨਵਜੋਤ ਸਿੰਘ ਸਿੱਧੂ ਇਹ ਇਬਾਰਤ ਪੜ੍ਹ ਗਏ ਕਿ ਹਾਈ ਕਮਾਂਡ ਇਸ ਵਾਰੀ ਏਡੇ ਸੌਖਿਆਂ ਕੈਪਟਨ ਨੂੰ ਪਾਸੇ ਕਰਨ ਵਾਲੀ ਨਹੀਂ, ਕਿ ਪ੍ਰਗਟ ਸਿੰਘ ਨੂੰ ਸਿੱਧੂ ਨੇ ਇਹ ਸ਼ਾਮ ਨੂੰ ਯਾਰੀ ਦੋਸਤੀ 'ਚ ਦੱਸਤਾ ਹੋਊਗਾ ਕਿ ਉੱਪਰ ਐਰਕਾ ਗੱਲ ਨਹੀਂ ਬਣਨੀ, ਜ਼ੋਰ-ਜ਼ਾਰ ਲਾ ਕੇ ਵੇਖਣਾ ਤੇ ਵੇਖ ਲਓ, ਇਹ ਨਾ ਹੋਵੇ ਬੇਇੱਜ਼ਤੀ ਹੋ ਜੇ। ਕੀ ਕਹਿੰਦੇ ਹੋ? ਦੇਖੋ, ਜਿਹੜਾ ਡੈਲੀਗੇਸ਼ਨ ਦੇਹਰਾਦੂਨ ਜਾਂ ਦਿੱਲੀ ਜਾਣਾ ਸੀਗਾ, ਉਸ ਡੈਲੀਗੇਸ਼ਨ ਦੇ ਵਿੱਚ ਪ੍ਰਗਟ ਸਿੰਘ ਉਹਨਾਂ ਦਾ ਵੀ ਨਾਂ ਸੀਗਾ, ਪਰ ਉਹ ਨਹੀਂ ਗਏ। ਉਹ ਨਾ ਦੇਹਰਾਦੂਨ ਦੇਖੇ ਗਏ ਔਰ ਨਾ ਅੱਗੇ ਜਾ ਕੇ ਜਿਹੜਾ ਦਿੱਲੀ ਦਾ ਸਫ਼ਰ ਸ਼ੁਰੂ ਹੋਣਾ ਸੀ ਜਿਹੜਾ ਨਹੀਂ ਹੋਇਆ, ਉੱਥੇ ਵੀ ਉਹ ਨਹੀਂ ਗਏ। ਉਹ ਚੰਡੀਗੜ੍ਹ ਦੇ ਵਿੱਚ ਮੀਡੀਆ ਦੇ ਨਾਲ ਗੱਲ ਕਰ ਰਹੇ ਸੀਗੇ ਔਰ ਗੱਲ ਕਰਦੇ ਟਾਈਮ ਇਹ ਜਿਹੜੀ ਗੱਲਾਂ ਹੁਣੀ ਕਰਕੇ ਹਟੇ ਆ, ਉਹਨਾਂ ਗੱਲਾਂ ਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈਗੀ। ਪਰ ਜਿਹੜਾ ਰਾਣੀ ਪ੍ਰਨੀਤ ਕੌਰ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਕਿ ਇਸ ਸਾਰੇ ਕਲੇਸ਼ ਦੇ ਪਿੱਛੇ ਸਿੱਧੂ ਹੈ, ਸਿੱਧੂ ਦੇ ਸਲਾਹਕਾਰ ਨੇ, ਔਰ ਸਿੱਧੂ ਦੇ ਸਲਾਹਕਾਰ ਨੇ ਕੈਪਟਨ ਉਹਨਾਂ ਦੇ ਉੱਤੇ ਜਿਹੜੇ ਨਿੱਜੀ ਹਮਲੇ ਕੀਤੇ ਹੈ ਉਹਦਾ ਜ਼ਿਕਰ ਤੇ ਰਾਣੀ ਪ੍ਰਨੀਤ ਕੌਰ ਨੇ ਨਹੀਂ ਕੀਤਾ। ਪਰ ਉਹ ਸਲਾਹਕਾਰ ਵੀ ਅੱਜ ਉਸ ਗੱਲਬਾਤ ਦੇ ਉਸ ਗੁੱਸੇ ਦੇ ਘੇਰੇ ਦੇ ਵਿੱਚ ਆ ਰਹੇ ਸੀਗੇ। ਪਰ ਜਿਹੜੇ ਸੁਖਾਵੇਂ ਫੈਸਲੇ, ਜਿਹੜੇ ਸੁਖਾਵੀ ਸਟੇਟਮੈਂਟ ਕੈਪਟਨ ਅਮਰਿੰਦਰ ਸਿੰਘ ਨੂੰ ਹਰੀਸ਼ ਰਾਵਤ ਤੋਂ ਮਿਲੀ, ਔਰ ਦੂਜੇ ਪਾਸੇ ਪ੍ਰਿਯੰਕਾ ਗਾਂਧੀ ਉਹਨਾਂ ਨੇ ਵੀ ਟਵੀਟ ਕਰਕੇ ਕੈਪਟਨ ਸਾਹਿਬ ਦੀ ਤਾਰੀਫ ਕੀਤੀ, ਖਾਸ ਕਰਕੇ ਗੰਨੇ ਦੇ ਮੁੱਦੇ ਨੂੰ ਸੋਲਵ ਕਰਨ ਵਾਸਤੇ। ਦੇਖੋ, ਪ੍ਰਿਯੰਕਾ ਗਾਂਧੀ ਯੂਪੀ ਤੋਂ ਇਲੈਕਸ਼ਨ ਲੜੇਗੀ, ਉਹ ਯੂਪੀ ਦੀ ਜਨਰਲ ਸੈਕਟਰੀ ਵੀ ਹੈ, ਯੂਪੀ ਦੀ ਇੰਚਾਰਜ ਵੀ ਹੈਗੀ ਹੈ, ਔਰ ਉਹ ਵੀ ਵੈਸਟਰਨ ਯੂਪੀ, ਜਿੱਥੇ ਗੰਨੇ ਦੀ ਕਿਸਾਨਾਂ ਦਾ ਮੁੱਦਾ ਸਭ ਤੋਂ ਉੱਤੇ ਹੈ। ਔਰ ਉੱਥੇ ਜਿਹੜੇ ਫੈਸਲੇ ਪੰਜਾਬ ਦੇ ਵਿੱਚ ਲਿੱਤੇ ਗਏ ਨੇ ਉਹਦਾ ਲਾਹਾ ਉਹ ਯੂਪੀ ਦੇ ਵਿੱਚ ਵੀ ਲੈਣ ਦੀ ਕੋਸ਼ਿਸ਼ ਕਰਨਗੇ ਵੀ ਜਿਹੜੀ ਸਾਡੀ ਰੂਲਡ ਸਟੇਟਸ ਹੈਗੀਆਂ ਉੱਥੇ ਗੰਨੇ ਦੇ ਸਮਰਥਨ ਮੁੱਲਿਆਂ ਦੇ ਵਿੱਚ 50 ਰੁਪਏ ਦਾ ਸਿੱਧਾ ਵਾਧਾ ਕੀਤਾ ਗਿਆ। ਯਾਨੀ ਇੱਕ ਪਾਸੇ ਤੇ ਉਹ ਕ੍ਰੈਡਿਟ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਨੇ, ਔਰ ਇਸ ਮੌਕੇ ਦੇ ਉੱਤੇ ਕਦੀ ਵੀ ਉਹ ਨਹੀਂ ਚਾਹਣਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਲਿੱਤਾ ਜਾਏ, ਕਿਉਂਕਿ ਸਾਫ਼-ਸਾਫ਼ ਇਹ ਮੰਨਿਆ ਜਾਏਗਾ ਕਿ ਉਹਨਾਂ ਨੇ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕੀਤਾ ਤੇ ਹਾਈ ਕਮਾਂਡ ਨੇ ਉਹਨਾਂ ਦੇ ਖਿਲਾਫ ਹੀ ਐਕਸ਼ਨ ਲਿੱਤਾ। ਦੂਜੇ ਪਾਸੇ ਹਜੇ ਤੱਕ ਕਿਸੇ ਵੀ ਸੂਬੇ ਦੇ ਵਿੱਚ, ਭਾਵੇਂ ਕਾਂਗਰਸ ਦੇ ਵਿੱਚ ਬਹੁਤ ਰਫੜ ਪਏ ਨੇ, ਸਿਰਫ ਪੰਜਾਬ ਹੀ ਇੱਕ ਏਦਾਂ ਦਾ ਸੂਬਾ ਹੈ ਜਿਹਦੇ ਵਿੱਚ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਸਿੱਧੂ ਦੇ ਧੜੇ ਦੇ ਮੰਨੇ ਜਾਂਦੇ ਨੇ। ਯਾਨੀ ਸਾਫ਼ ਗੱਲ ਜਾਂਦੀ ਹੈ ਕਿ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਸਿੱਧੂ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਔਰ ਦੂਜੇ ਪਾਸੇ ਸੋਨੀਆ ਗਾਂਧੀ ਉਹ ਅਮਰਿੰਦਰ ਸਿੰਘ ਉਹਨਾਂ ਨੂੰ ਮਾੜਾ ਮੋਟਾ ਜਿਹਾ ਹੱਥ ਉਹਨਾਂ ਦੇ ਉੱਤੇ ਰੱਖਿਆ ਹੋਇਆ। ਜੇ ਪਾਰਟੀ ਹਾਈ ਕਮਾਨ ਹੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਡਿਸਕਸ਼ਨ ਦੇ ਵਿੱਚ ਜਦ ਵੰਡੀ ਹੋਈ ਨਜ਼ਰ ਆਏ ਤੇ ਜ਼ਮੀਨੀ ਹਕੀਕਤ ਦੇ ਵਿੱਚ ਵੀ ਜਿਹੜਾ ਇਹ ਰਫੜ ਪਏ, ਵਿਦਰੋਹ ਹੋਏ, ਜਿਹੜਾ ਹਜੇ ਤੱਕ ਕਾਂਗਰਸ ਦੇ ਵਿੱਚ ਕਦੀ ਵੀ ਨਹੀਂ ਹੋਇਆ। ਭਾਸਕਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਲੇਕਿਨ ਇਹਦੇ 'ਚ ਮੈਂ ਕੁਝ ਚੀਜ਼ਾਂ ਐਡ ਆਨ ਕਰਦੇ ਹਾਂ, ਇਹ 'ਚ ਕੁਝ ਚੀਜ਼ਾਂ ਜੋੜਦੇ ਹਾਂ। ਤੁਹਾਨੂੰ ਯਾਦ ਹੋਵੇ ਮੈਂ ਜ਼ਿਕਰ ਕੀਤਾ ਸੀਗਾ ਕਿ ਹਰੀਸ਼ ਰਾਵਤ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ। ਉਸੇ ਦੌਰਾਨ ਦੇ ਵਿੱਚ ਸਾਡੇ ਕੋਲ ਇਹ ਖਬਰ ਪੁਖਤਾ ਹੋ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਾਲ ਵਿਚਰਨ ਲਈ ਵੀ ਕਿਹਾ ਗਿਆ, ਔਰ ਇਹ ਵੀ ਗੱਲ ਪੁਖਤਾ ਹੋ ਰਹੀ ਹੈ ਕਿ
ਕਾਂਗਰਸ ਦੇ ਵਿੱਚ ਰਫੜ ਨਾ ਪਵੇ, ਇਹ ਤੁਹਾਡੀ ਜ਼ਿੰਮੇਵਾਰੀ ਆ ਔਰ ਇਸ ਸਖਤੀ ਨਾਲ ਤਾਕੀਦ ਕੀਤੀ ਗਈ ਕਿ ਇਹ ਨਾ ਹੋਵੇ ਕਿ ਤੁਹਾਨੂੰ ਲਾਉਣ ਨਾਲ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋ ਜੇ, ਫਾਇਦੇ ਦੀ ਬਜਾਏ ਅਸੀਂ ਉਲਟੀ ਦਿਸ਼ਾ 'ਚ ਘੁੰਮ ਜਾਈਏ। ਸਿੱਧੂ ਦੀ ਚੁੱਪ, ਫਿਰ ਕੋਆਰਡੀਨੇਸ਼ਨ ਕਮੇਟੀ ਕਈ ਮਾਮਲਿਆਂ ਦੇ ਵਿੱਚ ਗੱਲ ਅੱਗੇ ਤੁਰ ਪਈ। ਕੈਪਟਨ ਅਮਰਿੰਦਰ ਸਿੰਘ ਵੀ ਚੁੱਪ ਚਪੀਤੇ ਕੰਮ ਕਰਨ ਲੱਗ ਗਏ, ਇੰਜ ਦਿਸਣ ਲੱਗ ਗਿਆ। ਅਚਨਚੇਤ ਇਹ ਤੀਜਾ ਧੜਾ ਜਿਹਦੇ ਵਿੱਚ ਸੇਕ ਲੱਗ ਰਿਹਾ ਸੀ ਬਾਜਵਿਆਂ ਦੀ ਆਪਸੀ ਲੜਾਈ ਦਾ, ਉਹ ਉੱਭਰ ਕੇ ਸਾਹਮਣੇ ਆ ਜਾਂਦਾ। ਸੋ ਜਦੋਂ ਇਹ ਮੀਟਿੰਗ ਹੁੰਦੀ ਹੈ ਦਿਨ ਵੇਲੇ, ਰਾਤ ਵੇਲੇ ਦੀ ਮੀਟਿੰਗ ਦਾ ਤੁਸੀਂ ਜ਼ਿਕਰ ਕੀਤਾ ਹੀ ਸੀਗਾ, ਲੇਕਿਨ ਇੱਕ ਦਿਨ ਵੇਲੇ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਜੇ ਸਾਨੂੰ ਕੁਝ ਐਮਐਲਏ ਜੇ ਦੱਸ ਦਿੰਦੇ ਆ, ਸਰੋਤ ਆਪਣੇ ਕੋਈ ਡਿਸਕਲੋਜ਼ ਨਹੀਂ ਕਰਦਾ, ਲੇਕਿਨ ਜੇ ਗੈਰ ਰਸਮੀ ਗੱਲਬਾਤ ਦੇ ਵਿੱਚ ਕੁਝ ਦੋਸਤ ਇਹ ਗੱਲ ਕਰ ਦਿੰਦੇ ਜਿਹੜੇ ਅੰਦਰ ਸੀਗੇ ਕਿ ਉੱਥੇ ਇਹ ਵੀ ਹੋਇਆ, ਨਵਜੋਤ ਸਿੰਘ ਸਿੱਧੂ ਦੀ ਨੁਕਤਾਚੀਨੀ ਹੋਈ, ਨਵਜੋਤ ਸਿੰਘ ਸਿੱਧੂ ਦੇ ਠੰਡੇ ਢਿੱਲੇ ਪੈ ਜਾਣ ਦੀ ਗੱਲ ਹੋਈ, ਸਮਝੌਤਾਵਾਦੀ ਪਹੁੰਚ ਦੀ ਗੱਲ ਹੋਈ, ਲੜਾਈ ਨੂੰ ਤਿੱਖਾ ਕਰਨ ਦੀ ਗੱਲ ਹੋਈ, ਇਹਦਾ ਮਤਲਬ ਹੈ ਕਿ ਇਹ ਗੱਲ ਨਵਜੋਤ ਸਿੰਘ ਸਿੱਧੂ ਤੱਕ ਵੀ ਪਹੁੰਚੀ ਹੋਊਗੀ। ਸੋ ਇਸ ਵੇਲੇ ਕੀ ਪ੍ਰਦੇਸ਼ ਕਾਂਗਰਸ ਤਿੰਨ ਧੜਿਆਂ 'ਚ ਵੰਡੀ ਗਈ, ਕੈਪਟਨ ਅਮਰਿੰਦਰ ਕੈਂਪ, ਸਿੱਧੂ ਕੈਂਪ ਔਰ ਤੀਜਾ ਬਾਗੀਆਂ ਦਾ ਕੈਂਪ, ਜਿਹੜੇ ਨਾਰਾਜ਼ ਨੇ ਇਸ ਵੇਲੇ, ਬਹੁਤੇ ਨਾਰਾਜ਼ ਨੇ ਸੀਐਮ ਕੋਲੋਂ ਤੇ ਥੋੜੇ ਨਾਰਾਜ਼ ਨੇ ਸਿੱਧੂ ਕੋਲੋਂ। ਇਸ ਵਾਰੀ ਕਾਂਗਰਸ ਹਾਈ ਕਮਾਂਡ ਕੋਈ ਡਿਸਪਲਿਨਰੀ ਕਾਰਵਾਈ ਕਰ ਸਕਦੀ ਹੈ, ਸਖਤ ਫੈਸਲਾ ਲੈ ਸਕਦੀ ਹੈ। ਜੇ ਹੁਣ ਇਸ ਤੋਂ ਬਾਅਦ ਕੋਈ ਸਖਤ ਗੱਲ ਹੁੰਦੀ ਆ ਜਾਂ ਵਿਰੋਧ ਦੀ ਮੀਡੀਆ ਦੇ ਵਿੱਚ ਗੱਲ ਆਉਂਦੀ ਆ ਕਿ ਜਿਹੜੇ ਉੱਥੇ ਇਹ ਵਿਅਕਤੀ ਗਏ ਸੀ, ਇਹਨਾਂ ਨੂੰ ਕਿਹਾ ਗਿਆ ਹੋਊਗਾ ਕਿ ਤੁਸੀਂ ਪਾਰਟੀ ਪਲੇਟਫਾਰਮ ਤੇ ਆਉਂਦੇ, ਸਾਡੇ ਨਾਲ ਗੱਲ ਕਰਦੇ, ਮੀਟਿੰਗ ਕਰਕੇ ਤੁਸੀਂ ਸਾਡੇ ਤੱਕ ਸਿੱਧੀ ਗੱਲ ਪਹੁੰਚਾਉਂਦੇ, ਇਹਦੀ ਬਜਾਏ ਕਿ ਤੁਸੀਂ ਮੀਡੀਆ ਜਾ ਕੇ ਆ ਕਿ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ, ਅਸੀਂ ਹਾਈ ਕਮਾਂਡ ਕੋ ਜਾ ਰਹੇ ਹਾਂ, ਅਸੀਂ ਆਪਣੀ ਗੱਲ ਰੱਖਣ ਜਾ ਰਹੇ ਹਾਂ। ਇਹ ਗੱਲ ਤੁਸੀਂ ਰੱਖਣ ਲਈ ਸਿੱਧੇ ਵੀ ਸਾਡੇ ਕੋਲ ਆ ਸਕਦੇ ਸੀ। ਤੁਹਾਨੂੰ ਲੱਗਦਾ ਇੰਜ ਹੋਇਆ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਤੁਸੀਂ ਇਹ ਦੇਖੋ ਕਿ ਕੱਲ ਵੀ ਜਿਹੜੇ ਮੁੱਦੇ 4 ਮੰਤਰੀਆਂ ਨੇ ਜਾਂ 32 ਐਮਐਲਏਆਂ ਦੀ ਮੀਟਿੰਗ ਦੇ ਵਿੱਚ ਜਿਹੜੇ ਉੱਠੇ, ਉਹ ਉਹੀ ਸੀਗੇ ਜਿਨ੍ਹਾਂ ਮੁੱਦਿਆਂ ਨੂੰ ਸਿੱਧੂ ਉਹਨਾਂ ਨੇ ਆਪਣੀ ਸੀਰੀਜ਼ ਆਫ ਪ੍ਰੈਸ ਕਾਨਫਰੰਸ ਦੇ ਵਿੱਚ ਉਛਾਲਿਆ ਸੀਗਾ ਔਰ ਉਹਨਾਂ ਮੁੱਦਿਆਂ ਕਰਕੇ ਉਹ ਅੱਜ ਪੀਪੀਸੀਸੀ ਪ੍ਰਧਾਨ ਬਣ ਗਏ। ਮੁੱਦੇ ਤੇ ਇਹ 4 ਮੰਤਰੀਆਂ ਨੇ ਵੀ ਇਸ ਮੁੱਦੇ ਦੇ ਉੱਤੇ ਝੰਡਾ ਚੱਕ ਕੇ ਕੈਪਟਨ ਦਾ ਵਿਰੋਧ ਕੀਤਾ ਸੀ। ਇਹਨਾਂ ਨੂੰ ਕੁਝ ਨਹੀਂ ਮਿਲਿਆ। ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਕੋਆਰਡੀਨੇਸ਼ਨ ਕਮੇਟੀ ਬਣਦੀ ਹੈ, ਉੱਥੇ ਵੀ ਇਹਨਾਂ 4 ਮੰਤਰੀਆਂ ਨੂੰ ਉਸ ਕੋਆਰਡੀਨੇਸ਼ਨ ਕਮੇਟੀ ਤੋਂ ਦੂਰ ਰੱਖਿਆ ਜਾਂਦਾ ਹੈ। ਇਹਨਾਂ ਦੀ ਨਾਰਾਜ਼ਗੀ ਸਿੱਧੂ ਤੋਂ ਵੀ ਹੋਣੀ ਹੈ, ਕਾਰਨ ਕਿ ਜਿਸ ਤਰੀਕੇ ਨਾਲ ਇਗਨੋਰ ਕੀਤਾ ਜਾ ਰਿਹਾ ਸੀ ਇਹਨਾਂ 4 ਮੰਤਰੀਆਂ ਨੂੰ, ਭਾਵੇਂ ਸਿੱਧੂ ਦੇ ਜਿਹੜਾ ਸਹੁੰ-ਚੱਕ ਸਮਾਰੋਹ ਸੀਗਾ ਉਹਦੇ ਵਿੱਚ ਵੀ ਇਹ 4 ਮੰਤਰੀ ਥੱਲੇ ਬੈਠੇ ਸੀਗੇ ਔਰ ਬਾਕੀ ਜਿਹੜੇ ਕੈਪਟਨ ਕੈਂਪ ਦੇ ਮੰਤਰੀ ਸੀਗੇ ਉਹ ਸਟੇਜ ਤੇ ਬੈਠੇ ਹੋਏ ਸੀ ਔਰ ਬਾਰ-ਬਾਰ ਬੁਲਾਉਣ ਦੇ ਬਾਵਜੂਦ ਵੀ ਸੁਖੀ ਰੰਧਾਵਾ ਜਾਂ ਹੋਰ ਇਹ 4 ਮੰਤਰੀਆਂ ਦੇ ਵਿੱਚੋਂ ਕੋਈ ਉੱਤੇ ਨਹੀਂ ਚੜਿਆ। ਹੁਣ ਗੱਲ ਹੈਗੀ ਹੈ ਕਿ ਕਾਂਗਰਸ 3 ਭਾਗਾਂ ਦੇ ਵਿੱਚ, 3 ਕੈਂਪਾਂ ਦੇ ਵਿੱਚ, 3 ਗੁੱਟਾਂ ਦੇ ਵਿੱਚ ਡਿਵਾਈਡ ਹੋ ਗਈ ਹੈ। ਨਹੀਂ, ਗੁੱਟ ਹਜੇ ਵੀ 2 ਨੇ, ਸਿੱਧੂ ਕੈਂਪ ਤੇ ਕੈਪਟਨ ਅਮਰਿੰਦਰ ਕੈਂਪ। ਸਿੱਧੂ ਕੈਂਪ ਦੇ ਵਿੱਚ ਕੁਝ ਨਾ ਖੱਟਣ ਕਰਕੇ ਇਹਨਾਂ ਨੇ ਇੱਕ ਵੱਖਰਾ ਆਪਣਾ ਕੈਂਪ ਬਣਾਉਣ ਦੀ ਕੋਸ਼ਿਸ਼ ਤੇ ਕੀਤੀ ਸੀਗੀ, ਪਰ ਜਿਹੜੇ 32 ਐਮਐਲਏ ਦੀ ਗੱਲ ਕਰਦੇ ਆ ਉਹ ਸਿੱਧੂ ਕੈਂਪ ਦੇ ਕਰਕੇ ਹੀ ਉੱਥੇ ਇਕੱਠੇ ਹੋਏ ਸੀ। ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਮੁੱਦੇ ਤੇ ਹਟਾਏ ਜਾਣ ਦਾ ਮੁੱਦੇ ਤੋਂ ਉਹ ਵੀ ਡਰ ਰਹੇ ਸੀ, ਕਿਉਂਕਿ ਬਹੁਤ ਸਾਰੇ ਕਾਂਗਰਸੀ ਜਾਂ ਐਮਐਲਏ ਇੱਦਾਂ ਦੇ ਹੁੰਦੇ ਨੇ ਜਿਹੜੇ ਦੇਖਦੇ ਨੇ ਵੀ ਕਿਹੜਾ ਗੁੱਟ ਭਾਰੀ ਚੱਲ ਰਿਹਾ। ਅੱਜ ਵੀ ਕੈਪਟਨ ਅਮਰਿੰਦਰ ਮੁੱਖ ਮੰਤਰੀ ਹੈ ਨੇ ਔਰ ਹਾਈ ਕਮਾਨ ਨੇ ਅੱਜ ਦੀ ਆਪਣੀ ਸਟੇਟਮੈਂਟ ਦੇ ਵਿੱਚ ਇਹ ਸਿਗਨਲ ਦੇ ਦਿੱਤਾ ਕਿ ਵੀ ਨਹੀਂ, ਇੱਦਾਂ ਨਹੀਂ, ਜੇ ਤੁਸੀਂ ਝੰਡਾ ਚੱਕੋਗੇ ਵਿਰੋਧ ਦਾ ਔਰ ਸਾਡੇ ਕੋਲ ਆਓਗੇ ਤੇ ਅਸੀਂ ਇੱਦਾਂ ਦਾ ਕੋਈ ਕੰਮ ਨਹੀਂ ਕਰਾਂਗੇ ਜਿਹਦੇ ਕਰਕੇ ਕੈਪਟਨ ਸਾਹਿਬ ਵਰਗੇ ਸੀਨੀਅਰ ਲੀਡਰ ਨੂੰ ਅਨਸੈਰੇਮੋਨੀਅਸਲੀ ਅਸੀਂ ਹਟਾ ਦਿੱਤਾ ਜਾਏ। ਮੁੱਦਿਆਂ ਦੇ ਹੱਲ ਟੇਬਲ ਤੇ ਬੈਠ ਕੇ ਹੁੰਦੇ ਨੇ। ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕੱਲ ਹੈਗੀ ਹੈ, ਜਿੱਦਾਂ ਤੁਸੀਂ ਕਿਹਾ ਸਿਸਵਾ ਫਾਰਮ ਹਾਊਸ ਦੇ ਵਿੱਚ ਅੱਜ ਬੜੀ ਹਲਚਲ ਹੈਗੀ ਔਰ ਸ਼ਾਮ ਤੱਕ ਕੋਈ ਸੱਪ ਕੱਢਿਆ ਜਾ ਸਕਦਾ ਹੈ। ਪੀਪੀਏ ਐਗਰੀਮੈਂਟ ਨੂੰ ਰੱਦ ਕਰਨ ਵਾਸਤੇ ਕੁਝ ਫੈਸਲਾ ਸਰਕਾਰ ਛੇਤੀ ਲੈ ਸਕਦੀ ਹੈ, ਅਸੈਂਬਲੀ ਸੈਸ਼ਨ ਤੋਂ ਪਹਿਲੇ ਜਾਂ ਬਾਅਦ ਚੋਂ, ਪਰ ਅਸੈਂਬਲੀ ਸੈਸ਼ਨ ਦੇ ਵਿੱਚ ਇਸ ਲੈਜਿਸਲੇਸ਼ਨ ਨੂੰ ਲਿਆਉਣ ਦੀ ਗੱਲਾਂ ਚੱਲਣੀ ਸ਼ੁਰੂ ਹੋ ਗਈ ਹੈ। ਜਿੱਥੇ ਤੱਕ ਉਹ ਲੈਟਰ ਦੀ ਗੱਲ ਹੈ, ਮੈਂ ਥੋੜਾ ਐਡ ਕਰ ਦਿਆਂ, ਜਿੰਨੀ ਕੁ ਜਾਣਕਾਰੀ ਮੈਂ ਕਲੈਕਟ ਕਰ ਪਾਇਆ ਜਾਂ ਜਿੰਨੀ ਕੁ ਮੈਨੂੰ ਸਮਝ ਆ ਸਕੀ, ਜੋ ਉਹ ਗਹਿਮਾ ਗਹਿਮੀ ਸੀ, ਜੋ ਮੱਥਾ ਪੱਚੀ ਹੋ ਰਹੀ ਸੀ। ਇੱਕ ਪਾਸੇ ਤਾਂ ਲੜਾਈ ਉਹਨਾਂ ਲੋਕਾਂ ਨਾਲ ਜਿਹੜੇ ਮੁੱਦਿਆਂ ਤੇ ਲੜ ਰਹੇ ਆ, ਕੈਪਟਨ ਕੈਂਪ ਜਿਹੜੇ ਕੰਮ ਕਰਨ ਦੀ ਤਾਕ ਵਿੱਚ ਹੁੰਦਾ ਉਹਦੇ ਉੱਤੇ ਪਹਿਲਾਂ ਬਾਹਰੀ ਹਮਲਾ ਹੋ ਜਾਂਦਾ ਕਿ ਕਿਉਂ ਨਹੀਂ ਹੋ ਰਿਹਾ। ਸੋ ਜਿਹੜਾ ਕ੍ਰੈਡਿਟ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਨੂੰ ਮਿਲਣਾ ਹੁੰਦਾ, ਉਹ ਜਿਹੜਾ ਬੰਦਾ ਮੁੱਦਾ ਉਠਾਉਂਦਾ ਉਹਨੂੰ ਮਿਲ ਜਾਂਦਾ ਜੀ ਫਲਾਣੇ ਦੇ ਪ੍ਰੈਸ਼ਰ ਕਰਕੇ ਹੋਇਆ। ਸੋ ਅੱਜ ਜਦੋਂ ਇੱਕ ਪਾਸੇ ਇਹ ਨਾਰਾਜ਼ ਲੋਕ ਹਰੀਸ਼ ਰਾਵਤ ਨੂੰ ਮਿਲ ਰਹੇ ਸੀ, ਤਾਂ ਦੂਜੇ ਬੰਨੇ ਜਿਹੜੇ ਬਿਜਲੀ ਸਮਝੌਤੇ ਆ ਉਹਨਾਂ ਸੰਬੰਧੀ ਸ਼ਾਇਦ ਉਹਨਾਂ ਕੰਪਨੀਆਂ ਨੂੰ ਨੋਟਿਸ ਭੇਜੇ ਜਾਣ ਦੀ ਵੀ ਤਿਆਰੀ ਦੀ ਖਬਰ ਆ ਰਹੀ ਹੈ ਕਿ ਸ਼ਾਇਦ ਉਹਨਾਂ ਲੋਕਾਂ ਨੂੰ
ਇਹ ਕਿਹਾ ਜਾਵੇ ਕਿ ਤੁਸੀਂ ਇਹਨਾਂ ਦੇ ਵਿੱਚ ਸਮਝੌਤਿਆਂ ਦੇ ਵਿੱਚ ਖਾਮੀਆਂ ਨੂੰ ਲੈ ਕੇ ਜਾਂ ਉਹਨਾਂ ਦੇ ਇਹਨਾਂ ਸਮਝੌਤਿਆਂ ਦੇ ਪਾਬੰਦ ਨਾ ਰਹਿਣ ਕਰਕੇ ਕਿਉਂ ਨਾ ਇਹ ਰੱਦ ਕਰਤੇ ਜਾਣ, ਤਾਂ ਕਿ ਕੱਲ ਨੂੰ ਭਾਵੇਂ ਅਦਾਲਤੀ ਪ੍ਰਕਿਰਿਆਵਾਂ 'ਚ ਫਸ ਹੀ ਜਾਣ, ਇੱਕ ਵਾਰੀ ਜਿਹੜਾ ਪੋਲੀਟੀਕਲ ਵਿਲ ਹੁੰਦੀ ਆ, ਇੱਕ ਵਾਰੀ ਜਿਹੜਾ ਇੱਕ ਆਪਣੇ ਪੋਲੀਟੀਕਲ ਬੌਸਸ ਵੱਲੋਂ ਗੱਲ ਅੱਗੇ ਤੋਰਨੀ ਹੁੰਦੀ ਆ ਕਿ ਮੇਰੇ ਤੇ ਨਾ ਆਵੇ ਕਿ ਨਾ ਕੀਤਾ ਨਹੀਂ, ਇਦਾਂ ਦੀ ਕੋਈ ਗੱਲ ਅੱਗੇ ਤੋਰਨ ਦੀ ਗੱਲ, ਜਾਂ 27 ਤਰੀਕ ਜਾਂ ਉਸ ਤੋਂ ਪਹਿਲਾਂ ਜਿਹੜੇ ਨਸ਼ਿਆਂ ਦੇ ਮਾਮਲੇ ਆ ਉਹਨਾਂ ਦੇ ਉੱਤੇ ਹੋਮਵਰਕ ਕਰਕੇ ਤਿਆਰੀ ਕਰਕੇ ਅਦਾਲਤ ਦੇ ਸਾਹਮਣੇ ਪੇਸ਼ ਹੋਣਾ, ਜਾਂ ਅਦਾਲਤ ਤੋਂ ਬਾਹਰ ਕਿਸੇ ਤਰੀਕੇ ਨਾਲ ਇਸ ਪ੍ਰਕਿਰਿਆ ਨੂੰ ਅੱਗੇ ਵਧਾਏ ਜਾਣਾ, ਇਹ ਸਾਰੇ ਚਰਚਾ ਦਾ ਵਿਸ਼ਾ ਰਹੇ। ਮੈਂ ਬਿਲਕੁਲ ਉੱਥੇ ਹੀ ਆ ਰਿਹਾ ਕਿ ਇਸ ਵੇਲੇ ਸਥਿਤੀ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਲਈ ਸੁਖਾਵੀਂ ਹੈ। ਇੱਕ ਪਾਸੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ, ਭਾਸਕਰ ਸਾਹਿਬ, ਜੇ ਤੁਸੀਂ ਕੱਲ ਸ਼ਾਮ ਨੂੰ ਨੈਸ਼ਨਲ ਟੈਲੀਵਿਜ਼ਨ ਦੀਆਂ ਕੁਝ ਇੱਕ ਬਹਿਸਾਂ ਦੇ ਵਿੱਚ ਪੰਜਾਬ ਦੇ ਮੁੱਦੇ ਨੂੰ ਧਿਆਨ ਨਾਲ ਸੁਣਿਆ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਨੈਸ਼ਨਲਿਸਟ ਵਜੋਂ ਅੱਗੇ ਪੇਸ਼ ਕੀਤਾ ਜਾ ਰਿਹਾ ਸੀ। ਉਹਨਾਂ ਨੂੰ ਕਾਂਗਰਸ ਦੇ ਵਿੱਚ ਸੰਕਟ ਮੋਚਕ ਦੱਸਿਆ ਗਿਆ ਵੀ ਉਹਨਾਂ ਜੇਟਲੀ ਨੂੰ ਹਰਾਤਾ। ਉਹਨਾਂ ਨੇ 2017 ਦੇ ਵਿੱਚ ਜਦੋਂ ਸਾਰੀਆਂ ਸਟੇਟਾਂ 'ਚੋਂ ਕਾਂਗਰਸ ਹਾਰ ਰਹੀ ਸੀ ਤੇ ਮੋਦੀ ਦੀ ਲਹਿਰ ਵੀ ਸੀਗੀ, ਉਦੋਂ ਉਹਨਾਂ ਨੇ ਪੰਜਾਬ ਜਿੱਤਿਆ। ਇਹ ਕਾਂਗਰਸ ਦੀ ਹਾਰਦੀ ਹੋਈ ਜਿਹੜੀ ਇੱਕ ਸੀਰੀਜ਼ ਸੀ, ਉਹਦੇ ਵਿੱਚ ਇੱਕ ਜਿੱਤ ਉਹ ਕੈਪਟਨ ਦੀ ਨਿੱਜੀ ਜਿੱਤ ਸੀ। ਉਹ ਸਾਰੀਆਂ ਗੱਲਾਂ ਵੀ ਇਹੋ ਜਿਹੇ ਬੰਦੇ ਨੂੰ ਕਾਂਗਰਸ ਹਾਈ ਕਮਾਂਡ ਜੇ ਸਪੋਰਟ ਨਹੀਂ ਕਰ ਰਹੀ ਤਾਂ ਉਹ ਆਪਣੀ ਪਾਰਟੀ ਦੇ ਖਿਲਾਫ ਜਾ ਰਹੀ, ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੋ ਰਹੀਆਂ ਸੀ। ਸਿੱਧੂ ਵੀ ਟਿਕ ਟਿਕ ਹੀ ਲਾ ਕੇ ਵੇਖ ਰਹੇ ਹੋਣਗੇ ਕਿ ਇੱਕ ਪਾਸੇ ਤਾਂ ਮੇਰੇ ਸਲਾਹਕਾਰ ਜਿਹੜੇ ਉਹਨਾਂ ਨੇ ਮੈਨੂੰ ਪੰਗੇ 'ਚ ਪਾਤਾ, ਤੇ ਦੂਜੇ ਬੰਨੇ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਇੱਕ ਬਿਰਤਾਂਤ ਸਿਰਜ ਰਿਹਾ, ਨੈਰੇਟਿਵ ਸੈੱਟ ਕਰ ਰਿਹਾ। ਸੋ ਇਹ ਗੱਲਾਂ ਵੀ ਅੱਗੇ ਜਾ ਕੇ ਅਸਰ ਕਰਨਗੀਆਂ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਤੁਸੀਂ ਜਦ ਨੈਸ਼ਨਲ ਮੀਡੀਆ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਨੈਸ਼ਨਲ ਮੀਡੀਆ ਇੱਕ ਹੋਰ ਜ਼ਿਕਰ ਕਰ ਰਿਹਾ। ਜਦੋਂ ਸਿੱਧੂ ਦਾ ਜ਼ਿਕਰ ਕਰਦੇ ਨੇ ਤੇ ਸਿੱਧੂ ਨੂੰ ਉਹ ਟਰਬਲ ਕ੍ਰੀਏਟਰ ਦੇ ਨਾਂ ਤੇ ਰੈਫਰ ਕਰ ਰਹੇ ਨੇ ਕਿ ਜਿੱਥੇ ਜਿਹੜੀ ਵੀ ਪਾਰਟੀ 'ਚ ਰਹੇ ਨੇ ਇਹਨਾਂ ਨੇ ਟਰਬਲ ਕ੍ਰੀਏਟ ਕੀਤੀ ਹੈ। और आज भी जड़ा हरीश रावत उन्होंने बयान सीगा कि उनको हमने कांग्रेस का प्रधान बनाया है, पूरी कांग्रेस नहीं उनको दे दी। भी किसी न किसी जगह एक सरकास्टिक रिमार्क हैगा। बोलिया उन्होंने, क्योंकि मैं किते नहीं सुनिया, बोलिया बिल्कुल उन्होंने यह बोलिया है कि उनको हमने कांग्रेस का प्रधान बनाया है, पूरी कांग्रेस उनको नहीं दे दी है। और जब वो यह गल कह रहे सीगे ते उस गल नूं आपां सरकास्टिकली लईए ਤੇ ਕਿਸੇ ਨਾ ਕਿਸੇ ਜਗ੍ਹਾ ਇਸ ਜਿਹੜੇ ਸਾਰੇ ਵਿਦਰੋਹ ਦੇ ਪਿੱਛੇ ਪ੍ਰਨੀਤ ਕੌਰ ਉਹਨਾਂ ਦਾ ਵੀ ਜਿਹੜਾ ਬਿਆਨ ਆਉਂਦਾ ਕਿ ਇਸਕੇ ਸਾਰੇ ਪਿੱਛੇ ਸਿੱਧੂ ਹੈ। ਔਰ ਸਿੱਧੂ ਉਹਨਾਂ ਦਾ ਇਸ ਮੁੱਦੇ ਤੋਂ ਦੂਰੀਆਂ ਬਣਾ ਕੇ ਰੱਖਣਾ। ਤੁਸੀਂ ਇਹ ਦੇਖੋ ਕਿ ਸਿੱਧੂ ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਕੈਪਟਨ ਉਹਨਾਂ ਰਲੇ ਹੋਏ ਨੇ 75-25। ਅੱਜ ਕੱਲ੍ਹ 4 ਮੰਤਰੀਆਂ ਨੇ ਵੀ ਸੇਮ ਐਲੀਗੇਸ਼ਨ ਦੁਬਾਰਾ ਲਾਏ ਕਿ ਰਲੇ ਹੋਏ ਨੇ, ਉਹ ਬਾਦਲਾਂ ਦੇ ਖਿਲਾਫ ਕੋਈ ਕੰਮ ਨਹੀਂ ਕਰ ਸਕਦੇ, ਕੋਈ ਐਕਸ਼ਨ ਨਹੀਂ ਲੈ ਸਕਦੇ, ਤੇ ਇਸ ਕਰਕੇ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ। ਇਸ ਤੋਂ ਇਲਾਵਾ ਕੱਲ ਕੋਈ ਨਵੀਂ ਗੱਲ ਨਹੀਂ ਸੀ। ਪਰ ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਜੇ ਤੱਕ ਕੋਈ ਇੱਦਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਰਲੇ ਹੋਏ ਦਾ ਐਲੀਗੇਸ਼ਨ ਲਾਇਆ ਉਹਨਾਂ ਨੇ ਉਸ ਮੁੱਦੇ ਦੇ ਉੱਤੇ ਇੱਕ ਤਰੀਕੇ ਨਾਲ ਵਾਈਟ ਪੇਪਰ ਇਸ਼ੂ ਕਰਨ ਦੀ ਗੱਲ ਹੁੰਦੀ ਹੈ ਕਿ ਵੀ ਆਹ ਦੇਖੋ ਕੱਚਾ ਚਿੱਠਾ, ਮੈਂ ਕਦੀ ਵੀ ਬਾਦਲਾਂ ਨਾਲ ਰਲਿਆ ਨਹੀਂ, ਮੈਂ ਹਮੇਸ਼ਾ ਬਾਦਲਾਂ ਦੇ ਖਿਲਾਫ ਐਕਸ਼ਨ ਲਿੱਤਾ, ਜਿੱਥੇ ਵੀ ਉਹ ਫਸੇ ਅਸੀਂ ਉਹਨਾਂ ਨੂੰ ਛੱਡਿਆ ਨਹੀਂ। ਪਰ ਮੈਨੂੰ ਇੱਦਾਂ ਲੱਗਦਾ ਹੈ ਕਿ ਇਹ ਇੱਕ ਕੈਪਟਨ ਅਮਰਿੰਦਰ ਉਹਨਾਂ ਦੇ ਵੀ ਕਮਜ਼ੋਰ ਨਬਜ਼ ਹੈ, ਜੋ ਸ਼ਾਇਦ 4 ਸਾਲ ਪਹਿਲੇ 3 ਸਾਲ ਪਹਿਲੇ ਉਹ ਨਹੀਂ ਜਾਣਦੇ ਸੀ ਕਿ ਆਖਰੀ 6 ਮਹੀਨੇ ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਵੀ ਮੈਂ ਘੇਰਿਆ ਜਾ ਸਕਦਾ। ਵਰਨਾ ਅਗਰ ਉਹ ਪਾਕ ਸਾਫ ਹੁੰਦੇ ਤੇ ਅੱਜ ਇੱਕ ਵਾਈਟ ਪੇਪਰ ਪੂਰੀ ਡਿਟੇਲਡ ਸਟੇਟਮੈਂਟ ਨਾਲ ਪੂਰੇ ਪੁਰਜੋਰ ਤਰੀਕੇ ਨਾਲ ਅੱਗੇ ਆ ਕੇ ਮੀਡੀਆ ਦੇ ਨਾਲ ਗੱਲ ਕਰਦੇ ਕਿ ਮੈਂ ਕਿਸੇ ਵੀ ਜਗ੍ਹਾ ਬਾਦਲਾਂ ਨਾਲ ਰਲਿਆ ਹੋਇਆ ਨਹੀਂ ਆ। ਔਰ ਇਸ ਐਲੀਗੇਸ਼ਨ ਦੇ ਉੱਤੇ ਬਾਦਲ ਵੀ ਕਦੀ ਵੀ ਆਪਣੇ ਆਪ ਨੂੰ ਪਾਕ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਨਹੀਂ ਅਸੀਂ ਕੈਪਟਨ ਨਾਲ ਕਿਉਂ ਰਲਾਂਗੇ, ਸਾਨੂੰ ਕੀ ਲੋੜ ਹੈ ਕੈਪਟਨ ਨਾਲ ਰਲਣ ਦੀ। ਔਰ ਇਹ ਕਦੀ ਵੀ ਨਹੀਂ ਕਿਹਾ ਬਾਦਲਾਂ ਨੇ ਕਿ ਨਹੀਂ ਅਸੀਂ ਨਹੀਂ ਰਲੇ ਹੋਏ। ਉਹ ਜਿਹੜੀ ਪੋਲੀਟੀਕਲ ਸਟੇਟਮੈਂਟ ਹੁੰਦੀ ਹੈ ਉਹ ਜ਼ਰੂਰ ਕੈਪਟਨ ਉਹਨਾਂ ਦੇ ਖਿਲਾਫ ਦੇਣ ਦੇ ਵੀ ਘਮੰਡੀ ਰਾਜਾ, ਅਹੰਕਾਰੀ ਰਾਜਾ, ਉਹ ਜਿਹੜੀ ਅਕਸਰ ਇੱਕ ਦੂਜੇ ਦੇ ਖਿਲਾਫ ਸਟੇਟਮੈਂਟ ਚੱਲਦੀ ਹੈ। ਪਰ ਰਲੇ ਹੋਏ ਹੋਣ ਦੇ ਐਲੀਗੇਸ਼ਨ ਦੇ ਉੱਤੇ ਨਾ ਬਾਦਲ ਬੋਲਦੇ ਨੇ ਨਾ ਕੈਪਟਨ ਬੋਲਦੇ ਨੇ। ਇਹ ਇੱਕ ਬੜੀ ਵੱਡੀ ਕਮਜ਼ੋਰੀ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਦੂਜੇ ਵਿਰੋਧੀਆਂ ਦੇ ਹੱਥ ਆ ਚੁੱਕੀ ਹੈ। ਇਹ ਕਮਜ਼ੋਰੀ ਉਹਨਾਂ ਦੂਰ ਕਰਨੀ ਹੈ। ਮੈਨੂੰ ਉਹ ਦਿਲਚਸਪ ਮਾਜਰਾ ਵੀ ਯਾਦ ਹੈ ਜਿਹੜਾ ਬਾਦਲ ਸਾਹਿਬ ਦੇ ਨੇੜੇ ਵੱਡੇ ਬਾਦਲ ਸਾਹਿਬ ਦੇ ਨੇੜੇ ਵਿਚਰਨ ਵਾਲੇ ਉਹਨਾਂ ਦੇ ਇੱਕ ਕਰੀਬੀ ਸਾਥੀ ਨੇ ਮੈਨੂੰ ਸੁਣਾਇਆ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਤੋਂ ਨਾ ਕੀਤੀ ਸੀ ਉਦੋਂ ਹਾਲਾਤ ਕਿਹੋ ਜਿਹੇ ਸੀ। ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਬਾਦਲ ਸਾਹਿਬ ਨੂੰ ਮਿਲਣ ਲਈ ਸਮਾਂ ਮੰਗਦੇ ਆ, ਉਹਨਾਂ ਦਾ ਪੀਏ ਅਣਜਾਣੇ 'ਚ ਕਹਿ ਦਿੰਦਾ ਵੀ ਹਾਂਜੀ ਆ ਜਾਓ ਇੱਥੇ ਹੀ ਨੇ। ਜਦੋਂ ਦੱਸਦੇ ਆ ਵੀ ਅਮਰਿੰਦਰ ਆ ਰਹੇ ਆ ਉਦੋਂ ਬਾਦਲ ਸਾਹਿਬ ਗੱਡੀ ਤੋਰ ਲੈਂਦੇ ਆ, ਉੱਥੋਂ ਨਿਕਲ ਜਾਂਦੇ ਬਾਦਲ ਪਿੰਡ ਨੂੰ, ਮੁੜ ਕੇ ਅੱਗੇ ਚਲੇ ਜਾਂਦੇ ਆ
ਬਾਲਾਸਰ ਚਲੇ ਜਾਂਦੇ ਆ, ਫਿਰ ਉੱਥੋਂ ਉਹ ਕਈ ਜਗ੍ਹਾ ਤੋਂ ਘੁੰਮਦੇ ਘੁਮਾਉਂਦੇ ਉਹ ਆ ਕੇ ਫਿਰ ਚੰਡੀਗੜ੍ਹ ਸਮਾਂ ਦਿੰਦੇ ਆ। ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਟਿਕਟ ਮੰਗਦੇ ਆ ਕਿ ਮੈਨੂੰ ਤਲਵੰਡੀ ਸਾਬੋ ਦੇ ਦਿਓ, ਉਹ ਅਸਮਰਥਾ ਜ਼ਾਹਰ ਕਰ ਦਿੰਦੇ ਆ। ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਨਹੀਂ ਦਿੰਦਾ। ਬਹੁਤ ਜ਼ੋਰ ਲੱਗਿਆ ਸੀ ਉਸ ਵੇਲੇ ਬਾਦਲ ਸਾਹਿਬ ਦੇ ਧਰਮ ਸੁਪਤਨੀ ਬੀਬੀ ਸੁਰਿੰਦਰ ਕੌਰ ਨੇ ਵੀ ਸ਼ਾਇਦ ਕਿਹਾ ਸੀ ਕਿ ਕੀ ਫਰਕ ਪੈਂਦਾ, ਬਾਦਲ ਸਾਹਿਬ ਇੱਕ ਟਿਕਟ ਦੇ ਦਿਓ। ਬਾਦਲ ਸਾਹਿਬ ਅੜ ਗਏ ਸੀ। ਲੇਕਿਨ ਇਹੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਜਾ ਕੇ ਬਾਦਲਾਂ ਦੇ ਸਾਹਮਣੇ ਸੰਕਟ ਖੜਾ ਕਰ ਦਿੰਦੇ ਆ, ਪਿਓ ਪੁੱਤ ਨੂੰ ਅੰਦਰ ਦੇ ਦਿੰਦੇ ਆ। ਫਿਰ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅੰਦਰ ਦੇਣ ਦੀਆਂ ਗੱਲਾਂ ਹੁੰਦੀਆਂ ਸਿਟੀ ਸੈਂਟਰ ਦੇ ਮਾਮਲੇ 'ਚ। ਜਦੋਂ ਦੋਵਾਂ ਨੂੰ ਲੱਗਿਆ ਵੀ ਇਹਨਾਂ ਚੀਜ਼ਾਂ 'ਚੋਂ ਕੁਝ ਨਿਕਲਣਾ ਤਾਂ ਹੈ ਨਹੀਂ, ਤੇ ਸੁਖਬੀਰ ਸਿੰਘ ਬਾਦਲ 12 'ਚ ਵੀ ਸਰਕਾਰ ਬਣਾ ਲੈਂਦੇ ਆ। ਕੈਪਟਨ ਸਾਹਿਬ ਲਗਾਤਾਰ ਸੱਤਾ ਤੋਂ ਬਾਹਰ ਰਹਿੰਦੇ ਆ, ਫਿਰ ਉਹਨਾਂ ਨੂੰ ਸੱਤਾ ਦੇ ਨੇੜੇ ਰਹਿਣਾ ਚੰਗਾ ਲੱਗਣ ਲੱਗਦਾ। ਸ਼ਾਇਦ ਉਦੋਂ ਕੋਈ ਸਮਝੌਤਾ ਹੁੰਦਾ, ਗੱਲਾਂ ਤੇ ਹੋਰ ਵੀ ਬੜੀਆਂ ਹੁੰਦੀਆਂ ਵੀ ਕਿੱਥੇ ਕਿੱਥੇ ਸਮਝੌਤਾ ਹੋਇਆ। ਉਹ ਸਮਝੌਤੇ ਦੀ ਗੱਲ ਹਵਾ 'ਚ ਤੈਰਦੀ ਰਹੀ ਹੈ, ਕਿਸੇ ਨੇ ਕੰਡੈਮ ਨਹੀਂ ਕੀਤੀ ਦੋਵਾਂ ਧਿਰਾਂ ਵੱਲੋਂ ਹੁਣ ਤੱਕ। ਤੁਸੀਂ ਠੀਕ ਆਖ ਰਹੇ ਹੋ ਕਿ ਸੱਤਾ ਦੇ ਵਿੱਚ ਪਤਾ ਨਹੀਂ ਕਦੋਂ ਕੀ ਵਾਪਰ ਜੇ, ਕੱਲ ਦੇ ਪੱਕੇ ਦੁਸ਼ਮਣ ਪੱਕੇ ਯਾਰ ਬਣ ਜਾਂਦੇ ਆ। ਸਿੱਧੂ ਕਦੇ ਬਹੁਤ ਬਾਦਲ ਸਾਹਿਬ ਦੇ ਨੇੜੇ ਸੀ, ਉਹਨਾਂ ਦੇ ਗੋਡੀ ਹੱਥ ਲਾਉਂਦਾ ਸੀ, ਉਹਨਾਂ ਨੂੰ ਬਾਪ ਕਹਿੰਦਾ ਸੀ, ਸੁਖਬੀਰ ਨੂੰ ਭਰਾ ਕਹਿੰਦਾ ਸੀ। ਔਰ ਜਦੋਂ ਮਜੀਠੀਆ ਇੱਥੋਂ ਮਜੀਠੇ 'ਚ ਉਹਨਾਂ ਨੂੰ ਕਾਫੀ ਲੀਡ ਦਿਵਾਉਂਦੇ ਆ ਤੇ ਉਹਨਾਂ ਨੂੰ ਪੱਗ ਦਾ ਲੜ ਵੀ ਕਹਿੰਦੇ। ਸੋ ਬਦਲ ਜਾਂਦੇ ਹਾਲਾਤ, ਯਾਰੀਆਂ ਦੁਸ਼ਮਣੀਆਂ 'ਚ ਬਦਲ ਜਾਂਦੀਆਂ। ਅੱਜ ਉਹਨਾਂ ਦੇ ਪੱਕੇ ਦੁਸ਼ਮਣ ਨੇ। ਖੈਰ, ਮੈਂ ਜਾਂਦਾ ਹੁਣ ਜਿਹੜੀ ਟਿੱਪਣੀ ਲੈਣੀ ਆ ਕਿ ਅਸੀਂ ਤਾਂ ਇੱਕ ਪ੍ਰੈਡਿਕਸ਼ਨ ਕੀਤੀ ਸੀਗੀ ਕਿ ਸਿਰਸਾ ਦੀ ਸੀਟ ਫਸੀ ਹੋਈ ਆ, ਉਹ ਹਾਰ ਵੀ ਸਕਦੇ ਆ। ਅਕਾਲੀ ਦਲ ਜੇ ਜਿੱਤ ਜਾਂਦਾ, ਸਿਰਸਾ ਹਾਰ ਜਾਂਦਾ, ਫਿਰ ਕੀ ਹੋਊਗਾ? ਅਕਾਲੀ ਦਲ ਜਿੱਤ ਗਿਆ, ਸਿਰਸਾ ਹਾਰ ਗਏ। ਉਹਨਾਂ ਨੂੰ ਨੋਮੀਨੇਟ ਵੀ ਕਰਤਾ ਸੁਖਬੀਰ ਸਿੰਘ ਬਾਦਲ ਨੇ, ਕੋਆਪਟ ਕਰਨਾ ਜਿਹਨੂੰ ਕਹਿੰਦੇ। ਲੇਕਿਨ ਅਸੀਂ ਇੱਕ ਗੱਲ ਕੀਤੀ ਸੀ ਵੀ ਜੀਕੇ ਵੀ ਜਿੱਤਣਗੇ। ਜੀਕੇ ਥੋੜੀ ਜਿਹੀ ਵੋਟਾਂ ਤੇ ਜਿੱਤ ਗਿਆ, ਲੇਕਿਨ ਵੱਡਾ ਸਵਾਲ ਸੀ ਕਿ ਜਿਹੜੀ ਈਗੋ ਜੀਕੇ ਔਰ ਸਰਨੇ ਨਹੀਂ ਛੱਡ ਸਕੇ, ਇਕੱਠੇ ਨਹੀਂ ਹੋ ਸਕੇ, ਇਹ ਵੱਖ-ਵੱਖ ਲੜੇ ਤੇ ਹਾਰ ਗਏ। ਇਹ ਉਹ ਲੋਕ ਬਾਦਲਕਿਆਂ ਦੇ ਖਿਲਾਫ ਏਜੰਡਾ ਹੀ ਸੈੱਟ ਨਹੀਂ ਕਰ ਸਕੇ, ਨਿੱਜਾਂ ਤੱਕ ਫਸੇ ਰਹੇ। ਮੈਨੂੰ ਜਾਂਦੇ ਟਿੱਪਣੀ ਦੇ ਦਿਓ, ਅਕਾਲੀ ਦਲ ਨੂੰ ਇਸ ਜਿੱਤ ਨਾਲ ਕਿੰਨਾ ਕੁ ਬੂਸਟ ਮਿਲੇਗਾ? ਇਸ ਜਿੱਤ ਦਾ ਪੰਜਾਬ ਤੇ ਕੋਈ ਅਸਰ ਹੋਣ ਵਾਲਾ ਕਿ ਨਹੀਂ ਹੋਣ ਵਾਲਾ? ਕਿਉਂਕਿ ਸਿਰਸਾ ਨੇ ਬਾਦਲਕਿਆਂ ਨੂੰ ਦੂਰ ਰੱਖਿਆ ਸੀ ਕੰਪੇਨ ਤੋਂ, ਉਹਨਾਂ ਦੀ ਫੋਟੋ ਤੱਕ ਨਹੀਂ ਲਾਈ। ਕੋਈ ਚੋਣ ਰੈਲੀ ਦੇ ਵਿੱਚ ਪਰਿਵਾਰ ਦਾ ਕੋਈ ਵੀ ਜੀ ਪ੍ਰਚਾਰ ਕਰਨ ਤੱਕ ਵੀ ਨਹੀਂ ਗਿਆ। ਕਿਤੇ ਬਾਦਲ ਬਨਾਮ ਦੂਜੇ ਦਲ ਇਹ ਇਲੈਕਸ਼ਨ ਨਾ ਬਣ ਜੇ। ਸੋ ਮੇਰੇ ਕੋਲ ਜਿਹੜੀ ਇੱਕ ਪੁਖਤਾ ਖਬਰ ਆ ਰਹੀ ਹੈ, ਮੈਂ ਤੁਹਾਡੀ ਟਿੱਪਣੀ ਲੈਣਾ ਚਾਹੂੰਗਾ ਕਿ ਭਾਵੇਂ ਮਨਜਿੰਦਰ ਸਿੰਘ ਸਿਰਸਾ ਨੂੰ ਕੋਆਪਟ ਕਰਤਾ ਗਿਆ, ਨੋਮੀਨੇਟ ਕਰਤਾ ਗਿਆ ਐਜ਼ ਅ ਮੈਂਬਰ, ਅਕਾਲੀ ਦਲ ਕੋ ਐਸੀ ਸਮਰੱਥਾ ਸੀ, 2 ਲੋਕ ਕੋਆਪਟ ਕਰਨੇ ਸੀਗੇ ਲੀਗਲ ਤੌਰ ਤੇ, ਲੇਕਿਨ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਗਲੇ ਪ੍ਰਧਾਨ ਹੋਣਗੇ, ਇਹ ਯਕੀਨੀ ਨਹੀਂ ਕਿਹਾ ਜਾ ਸਕਦਾ। ਅੱਜ ਹਵਾ 'ਚ ਇਹੀ ਕਨਸੋਆਂ ਨੇ ਕਿ ਜਿੱਤ ਸਿਰਸਾ ਦੀ ਹੋਈ ਆ, ਅਕਾਲੀ ਦਲ ਨੂੰ ਸਿਰਸਾ ਨੇ ਲੀਡ ਕਰਕੇ ਜਿਤਾਇਆ। ਪਰ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਸਿਰਸਾ ਦੇ ਹਾਰਨ ਨਾਲ ਸਿਰਸਾ ਦੀ ਨੈਤਿਕ ਹਾਰ ਵੀ ਹੋਈ ਆ, ਔਰ ਅਕਾਲੀ ਦਲ ਦੇ ਅੰਦਰ ਸਿਰਸਾ ਦੇ ਪਾਵਰਫੁਲ ਹੋਣ ਨੂੰ ਲੈ ਕੇ, ਜਾਂ ਦੂਜੇ ਬੰਨੇ ਅਕਾਲੀ ਦਲ ਨੂੰ ਹਰਮੀਤ ਸਿੰਘ ਕਾਲਕਾ ਸਿਰਸਾ ਦੇ ਬਜਾਏ ਜ਼ਿਆਦਾ ਵਾਰਾ ਖਾਂਦੇ ਆ। ਇਹ ਵੀ ਗੱਲਾਂ ਚੱਲ ਰਹੀਆਂ। ਜ਼ਰੂਰੀ ਨਹੀਂ ਕਿ ਮਨਜਿੰਦਰ ਸਿੰਘ ਸਿਰਸਾ ਇਸ ਵਾਰੀ ਪ੍ਰਧਾਨ ਬਣਨ। ਹੋ ਸਕਦਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਵੱਡੀ ਜ਼ਿੰਮੇਵਾਰੀ ਕੋਈ ਦਿੱਤੀ ਜਾਵੇ, ਲੇਕਿਨ ਹਰਮੀਤ ਸਿੰਘ ਕਾਲਕਾ ਜਿਹੜੇ ਕਿ ਪ੍ਰਧਾਨ ਨੇ ਦਿੱਲੀ ਦੇ ਵਿੱਚ ਬਾਦਲਕਿਆਂ ਦੇ, ਉਹਨੂੰ ਇਸ ਵਾਰੀ ਦਿੱਲੀ ਕਮੇਟੀ ਦੀ ਪ੍ਰਧਾਨਗੀ ਸੌਂਪੀ ਜਾਵੇ। ਇੱਥੇ ਤੁਹਾਡੀ ਮੈਂ ਟਿੱਪਣੀ ਲੈਣੀ। ਬਿਲਕੁਲ ਠੀਕ ਕਹਿ ਰਹੇ ਹੋ। ਐਤਕੀ ਸਿਰਸਾ ਉਹਨਾਂ ਜਿਹੜੇ ਪਹਿਲੇ ਹੀ ਲੀਗਲ ਕੇਸਾਂ ਦੇ ਵਿੱਚ, ਤੁਹਾਨੂੰ ਪਤਾ ਹੀ ਉਹਨਾਂ ਦੇ ਖਿਲਾਫ ਕਰਪਸ਼ਨ ਦਾ ਕੇਸ ਵੀ ਇੱਕ ਲੌਂਚ ਹੋਇਆ, ਜਿਹਦੇ ਕਰਕੇ ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਹੋਇਆ ਸੀਗਾ। ਜੀਕੇ ਉਹਨਾਂ ਦੇ ਖਿਲਾਫ ਉੱਦਾਂ ਹੀ ਹੈਗੇ ਨੇ। ਜੀਕੇ ਉਹਨਾਂ ਨੂੰ ਜਿੱਤ ਦਾ ਸਿਹਰਾ ਜਾਂਦਾ ਸੀਗਾ ਅਕਾਲੀ ਦਲ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ, ਜੋ ਹੁਣ ਅਕਾਲੀ ਦਲ ਦੇ ਵਿੱਚ ਨਹੀਂ ਹੈਗੇ। ਪਿਛਲੀ ਵਾਰ ਉਹਨਾਂ ਦੀ ਲੀਡਰਸ਼ਿਪ ਵਿੱਚ ਇਲੈਕਸ਼ਨ ਲੜੇ ਗਏ ਸੀ, ਪਰ ਉਹਨਾਂ ਨੂੰ ਵੀ ਕਰਪਸ਼ਨ ਦੇ ਕੇਸਿਸ ਕਰਕੇ, ਕਰਪਸ਼ਨ ਦੇ ਐਲੀਗੇਸ਼ਨਸ ਕਰਕੇ ਉਹ ਪ੍ਰਧਾਨਗੀ ਛੱਡਣੀ ਪਈ ਸੀ। ਸਿਰਸਾ ਉਹਨਾਂ ਜਨਰਲ ਸੈਕਟਰੀ ਹੁੰਦੇ ਸੀ, ਇਹ ਪ੍ਰਧਾਨ ਬਣੇ, ਇਹਨਾਂ ਦੇ ਉੱਤੇ ਵੀ ਉਹ ਐਲੀਗੇਸ਼ਨ ਲੱਗੇ। ਅੱਜ ਉਹ ਹਾਰ ਗਏ ਨੇ ਤੇ ਉਹਨਾਂ ਦੇ ਜਿਹੜੇ ਦੋਨੋਂ ਧੁਰ ਵਿਰੋਧੀ ਨੇ, ਭਾਵੇਂ ਹਰਮਿੰਦਰ ਸਰਨਾ ਹੋਣਾ ਹੁਣ, ਜੀਕੇ ਹੋਣਾ ਹੁਣ, ਉਹ ਇਲੈਕਸ਼ਨ ਜਿੱਤ ਗਏ ਨੇ। ਜੇ ਸਿਰਸਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਤੇ ਫਿਰ ਉਹਨਾਂ ਦਾ ਵਿਰੋਧ ਵੀ ਉਸ ਸਦਨ ਦੇ ਵਿੱਚ, ਉਸ ਹਾਊਸ ਦੇ ਵਿੱਚ ਉਨਾ ਹੀ ਪੁਰਜੋਰ ਤਰੀਕੇ ਨਾਲ ਹੋਏਗਾ। ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਜ਼ਰੂਰ ਇੱਕ ਨਵੇਂ ਚਿਹਰੇ ਤੇ ਮੋਹਰ ਲਾਏਗੀ, ਕਿਉਂਕਿ ਇਹ ਜਿੱਤ ਜਿਹੜੀ ਉਹਨਾਂ ਨੂੰ ਮਿਲੀ ਹੈ, ਭਾਵੇਂ ਉਹ ਸਿਰਸਾ ਕਰਕੇ ਮਿਲੀ ਹੋਏ, ਪਰ ਸਿਰਸਾ ਆਪ ਹਾਰ ਗਏ ਨੇ, ਉਹ ਵੀ 500 ਤੋਂ ਜ਼ਿਆਦਾ ਵੋਟਾਂ ਤੋਂ। ਆਹ ਜਿਹੜੀ ਹਾਰ ਹੈਗੀ ਹੈ, ਬੜੀ ਜ਼ਬਰਦਸਤ ਹਾਰ ਹੈਗੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਸਿਰਸਾ ਉਹਨਾਂ ਨੂੰ ਉੱਥੋਂ ਕੱਢ ਕੇ ਹੁਣ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਕਾਲੀ ਦਲ ਲੈ ਕੇ ਆਏਗਾ, ਕਿਉਂਕਿ ਸਿਰਸਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਉਨੇ ਹੀ ਜਾਣੇ ਮਾਨੇ ਹੈਗੇ ਨੇ, ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਇੱਦਾਂ ਦੀ ਕੌਨਸਟੀਚੁਐਂਸੀ ਹੈਗੀ ਹੈ ਜਿਹਦੇ ਵਿੱਚ ਦਿੱਲੀ ਤੋਂ
ਰਿਲੇਸ਼ਨ ਉਹਨਾਂ ਦਾ ਸਿੱਧਾ ਹੈਗਾ, ਯਾਨੀ ਦਿੱਲੀ ਦੇ ਨਾਲ ਬੜੇ ਜ਼ਬਰਦਸਤ ਕਨੈਕਸ਼ਨ ਹੈਗੇ ਨੇ। ਇਦਾਂ ਦੀ ਵੀ ਅਸੈਂਬਲੀ ਕਨਸਟੀਟੂਐਂਸੀ ਹੈਗੀ ਹੈ ਤੇ ਭਾਸਕਰ ਉਸ ਸਾਹਿਬ, ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਲੈ ਕੇ ਆਇਆ ਜਾਏ। ਭਾਸਕਰ ਸਾਹਿਬ, ਸਿਰਸਾ ਤੇਜ਼ਤਰਾਰ ਆਗੂ ਮੰਨੇ ਜਾਂਦੇ ਆ। ਉਸ ਤੇਜ਼ਤਰਾਰੀ ਦਾ ਫਾਇਦਾ ਚੱਕਣ ਲਈ ਹੋ ਸਕਦਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪੰਜਾਬ 'ਚ ਐਕਟੀਵੇਟ ਕਰਨ ਕਿ ਮੇਰਾ ਸਾਥ ਦੇ ਭਾਈ, 2022 ਮਾਰੋ ਮਾਰ ਕਰਦੀ ਚੜੀ ਆਉਂਦੀ ਹੈ। ਲੇਕਿਨ ਇੱਕ ਹੋਰ ਪਹਿਲੂ ਵੀ ਆ ਕਿ ਉਹ ਸਿਰਸਾ ਨੂੰ ਕੋਆਪਟ ਕਰਕੇ, ਨੋਮੀਨੇਟ ਕਰਕੇ ਰਿਵਾਰਡ ਦੇ ਚੁੱਕੇ ਆ। ਉਹਨਾਂ ਨੂੰ ਮੈਂਬਰ, ਹਰੇ ਹੋਏ ਮੈਂਬਰ ਨੂੰ ਮੈਂਬਰ ਬਣਾ ਕੇ ਰਿਵਾਰਡ ਦੇ ਚੁੱਕੇ ਆ ਕਿ ਤੈਂ ਕੰਮ ਬੜਾ ਸੋਹਣਾ ਕੀਤਾ। ਲੇਕਿਨ ਜਿੰਨਾ ਚਿਰ ਇਹ ਦੋਸ਼ ਲੱਗਦੇ ਆ, ਕਿਉਂਕਿ ਅਸੀਂ 2022 ਦੀ ਇਲੈਕਸ਼ਨ ਦੇ ਵਿੱਚ ਜਾਣਾ ਗੁਰੂ ਘਰਾਂ ਦੇ ਧਾਰਮਿਕ ਨਜ਼ਰੀਏ ਤੋਂ ਵੀ ਜਾਣਾ ਹੈ, ਤੇ ਸਾਡੇ ਉੱਤੇ ਇਹ ਐਲੀਗੇਸ਼ਨ ਲੈ ਕੇ ਜਾਣਾ ਉਹਨਾਂ ਜਾਇਜ਼ ਨਹੀਂ ਹੋਊਗਾ। ਸੋ ਜਿੰਨਾ ਚਿਰ ਅਦਾਲਤਾਂ ਤੈਨੂੰ ਬਰੀ ਨਹੀਂ ਕਰਦੀਆਂ, ਆਪਾਂ ਆਪਣਾ ਹੀ ਸਾਥੀ ਆ, ਤੇਰਾ ਹੀ ਭਰਾਵਾ ਹਰਮੀਤ ਸਿੰਘ ਕਾਲਕਾ, ਉਹਨੂੰ ਲਾ ਲੈਂਦੇ ਆ। ਇਸ ਤਰ੍ਹਾਂ ਦੀ ਕਿਆਸ ਰਾਈ ਤੋਂ ਕਿਨਾਰਾ ਕਰਨਾ ਔਖਾ ਹੈ। ਹਰਮੀਤ ਸਿੰਘ ਕਾਲਕਾ ਦੀ ਲੋਟਰੀ ਲੱਗ ਸਕਦੀ ਹੈ ਕਿ ਉਹ ਨਵੇਂ ਪ੍ਰਧਾਨ ਵਜੋਂ ਦਿੱਲੀ ਕਮੇਟੀ ਦੇ ਸਰਵੇ ਸਰਵਾ ਹੋ ਸਕਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।